ਆਪ ਸਭ ਨੂੰ ਅੱਜ ਦਾ ਦਿਨ ਬਹੁਤ ਬਹੁਤ ਮੁਬਾਰਕ ਹੋਵੇ। ਭਾਗਾਂ ਵਾਲਿਆਂ ਜਿਨ੍ਹਾਂ ਦੇ ਲਈ ਇਹ ਦਿਨ ਚੜ੍ਹਦਾ, ਨਹੀਂ ਤਾਂ ਆਪਾਂ ਤਕਰੀਬਨ ਸਾਰਿਆਂ ਨੂੰ ਪਤਾ ਕਿ ਬਦਨਸੀਬ ਹੁੰਦੇ ਨੇ ਉਹ ਲੋਕ ਕਈ ਦਫਾ ਜਿਨ੍ਹਾਂ ਦੇ ਲਈ ਇਹ ਦਿਨ ਜਿਹੜਾ ਹੈ ਉਹ ਨਹੀਂ ਚੜ੍ਹਦਾ। ਬਦਨਸੀਬ ਮੈਂ ਇਸ ਕਰਕੇ ਕਿਹਾ ਕਿਉਂਕਿ ਮਰਨਾ ਤਾਂ ਸਾਰਿਆਂ ਨੇ ਹੈ। ਮੈਂ ਮੌਤ ਦੀ ਗੱਲ ਨਹੀਂ ਕਰ ਰਿਹਾ ਇੱਥੇ। ਬਦਨਸੀਬ ਦਾ ਮਤਲਬ ਬਈ ਉਹਨਾਂ ਦੇ ਲਈ ਦਿਨ ਨਹੀਂ ਚੜ੍ਹਦਾ ਜਿਨ੍ਹਾਂ ਦੀਆਂ ਖੁਆਇਸ਼ਾਂ ਨਹੀਂ ਪੂਰੀਆਂ ਹੁੰਦੀਆਂ, ਜਿਨ੍ਹਾਂ ਦੀਆਂ ਤਮੰਨਾਵਾਂ ਜਿਹੜੀਆਂ ਆ ਉਹ ਅਧੂਰੀਆਂ ਰਹਿ ਜਾਂਦੀਆਂ, ਜਾਂ ਜਿਨ੍ਹਾਂ ਨੇ ਬਹੁਤ ਪਲਾਨ ਬਣਾਏ ਹੁੰਦੇ ਆ ਅਤੇ ਆਪਣੀ ਜ਼ਿੰਦਗੀ ਨੂੰ ਉਹਨਾਂ ਪਲਾਨਾਂ ਦੇ ਵਿੱਚ ਰੱਖਿਆ ਆ ਹੁੰਦਾ। ਜਦੋਂ ਉਹ ਪਲਾਨ ਉਹਨਾਂ ਦੇ ਮੁਤਾਬਕ ਨਹੀਂ ਉਤਰਦੇ, ਨਹੀਂ ਪੂਰੇ ਹੁੰਦੇ, ਤਾਂ ਉਹ ਦੁਖੀ ਹੁੰਦੇ ਨੇ ਅਤੇ ਉਹਨਾਂ ਦੇ ਲਈ ਉਹ ਦਿਨ ਚੜ੍ਹਿਆ ਨਾ ਚੜ੍ਹਿਆ ਇੱਕ ਬਰਾਬਰ ਹੁੰਦਾ। ਜਿੰਨਾ ਕੁ ਰਹਿ ਗਿਆ ਜਾਂ ਜਿਨ੍ਹਾਂ ਦਾ ਚੜ੍ਹਿਆ ਜਾਂ ਜਿਨ੍ਹਾਂ ਦਾ ਖਤਮ ਹੋਣ ਵਾਲਾ ਇਹ ਦਿਨ, ਆਓ ਰਲ ਮਿਲ ਕੇ ਰੱਬ ਦਾ ਸ਼ੁਕਰਾਨਾ ਕਰੀਏ ਕਿ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਸਾਡੀਆਂ ਮਨੋਕਾਮਨਾਵਾਂ ਜਿੰਨੀਆਂ ਕੁ ਸਾਡੀਆਂ ਜ਼ਰੂਰਤਾਂ ਦੇ ਅਕੋਰਡਿੰਗ ਹੈਗੀਆਂ ਆ ਉਹ ਪੂਰੀਆਂ ਕਰਦਾ। ਅਤੇ ਗਿਲਾ ਸ਼ਿਕਵਾ ਤੇਰੇ ਨਾਲ ਕੋਈ ਨਹੀਂ, ਕਿਉਂਕਿ ਜਦੋਂ ਖੁਆਇਸ਼ਾਂ ਦਾ ਸਿਲਸਿਲਾ ਭਾਰੀ ਹੋਵੇ, ਪੰਡ ਭਾਰੀ ਹੋਵੇ ਖੁਆਇਸ਼ਾਂ ਦੀ, ਅਤੇ ਉਹ ਨਾ ਪੂਰੀਆਂ ਹੋਣ ਤਾਂ ਫਿਰ ਅਸੀਂ ਕਈ ਦਫਾ ਗਿਲਾ ਸ਼ਿਕਵਾ ਰੱਬ ਦੇ ਲਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਇਹ ਹੋਣਾ ਨਹੀਂ ਚਾਹੀਦਾ। ਕਿਸੇ ਨੂੰ ਜਿਮ ਦੇ ਵਿੱਚ ਦੇਖੋ ਨਾ ਤੁਸੀਂ, ਐਕਸਰਸਾਈਜ਼ ਕਰਦੇ ਨੂੰ, ਕਈਆਂ ਦੇ ਸਰੀਰ ਬਹੁਤ ਸੋਹਣੇ ਆ, ਕੁੜੀਆਂ ਵੀ ਆ ਮੁੰਡੇ ਵੀ ਆ, ਵਿੱਚ ਉਹਨਾਂ ਦੇ ਸਰੀਰ ਬੜੇ ਗੁੰਦਿਓ ਸਰੀਰ ਆ, 6 ਪੈਕ ਨੇ, ਡੌਲੇ ਨੇ, ਬੜੇ ਵਧੀਆ ਮਸਲ ਬਣਾਏ ਉਹਨਾਂ ਨੇ। ਸਤਸੰਗ ਮਸਲ ਦੋਸਤੋ, ਇਹ ਮਸਲ ਕਿੱਥੋਂ ਆਏ? ਜੇ ਆਪਾਂ ਇਹ ਸੋਚਣਾ ਹੋਵੇ 1 ਸਕਿੰਟ ਦੇ ਲਈ, 10 ਸਕਿੰਟਾਂ ਦੇ ਲਈ, ਇਹ ਮਸਲ ਬਾਹਰੋਂ ਤਾਂ ਕਿਤੋਂ ਆਏ ਨਹੀਂ। ਮਸਲ ਤਾਂ ਉਹਦੇ ਵਿੱਚ ਹੀ ਸੀ ਸਰੀਰ ਦੇ। ਸਿਰਫ ਉਹਨੇ ਉਹ ਵਾਧੂ ਜਿਹੜੀ ਫੈਟ ਸੀ ਨਾ ਉਹ ਝਾੜ ਦਿੱਤੀ, ਉਹ ਖਤਮ ਕਰ ਦਿੱਤੀ ਅਤੇ ਮਸਲ ਵਿੱਚੋਂ ਨਿਕਲ ਆਏ। ਆਪਣੀ ਡਾਈਟ ਨੂੰ ਕੰਟਰੋਲ ਕੀਤਾ, ਆਪਣਾ ਖਾਣਾ ਕੰਟਰੋਲ ਕੀਤਾ, ਆਪਣਾ ਜਿਹੜਾ ਉਹਦਾ ਲਿਵਿੰਗ ਸਟੈਂਡਰਡ ਹੈ ਉਹਨੂੰ ਕੰਟਰੋਲ 'ਚ ਕੀਤਾ। ਉਹਨੇ ਐਕਸਰਸਾਈਜ਼ ਕੀਤੀ, ਮਿਹਨਤ ਕੀਤੀ, ਨੋ ਪੇਨ ਨੋ ਗੇਨ ਨੂੰ ਲੈ ਕੇ, ਇਸ ਮਿਸ਼ਨ ਨੂੰ ਲੈ ਕੇ ਉਹ ਮੂਹਰੇ ਵਧਿਆ, ਤਾਂ ਕਰਕੇ ਉਹ ਅੱਜ ਇੰਨਾ ਸੋਹਣਾ ਸਰੀਰ ਲਈ ਫਿਰਦਾ। ਜੇ ਮੂਰਤੀਕਾਰ ਵੱਲ ਦੇਖੀਏ, ਇੰਨੀ ਸੋਹਣੀ ਮੂਰਤੀ ਕਿਸ ਤਰ੍ਹਾਂ ਬਣਾ ਦਿੱਤੀ ਉਹਨੇ, ਅਤੇ ਫਿਰ ਆਪਾਂ 10 ਸਕਿੰਟਾਂ ਦੇ ਲਈ ਇਹ ਸੋਚੀਏ ਕਿ ਜਿਹੜੀ ਮੂਰਤੀ ਵਿੱਚੋਂ ਨਿਕਲੀ ਉਸ ਪੱਥਰ ਦਿਓ, ਉਹ ਬਾਹਰੋਂ ਤਾਂ ਫਿੱਟ ਕੀਤੀ ਨਹੀਂ, ਉਹ ਮੂਰਤੀ ਅੰਦਰੇ ਸੀ ਉਸ ਪੱਥਰ ਦੇ। ਸਿਰਫ ਉਸ ਮੂਰਤੀਕਾਰ ਨੇ, ਉਸ ਕਲਾਕਾਰ ਨੇ, ਉਸ ਪਾਰਖੂ ਨੇ ਉਹ ਵਾਧੂ ਜਿਹੜਾ ਪੱਥਰ ਸੀ ਨਾ ਉਹ ਝਾੜ ਦਿੱਤਾ ਅਤੇ ਮੂਰਤੀ ਬਾਹਰ ਆ ਗਈ। ਇਸੇ ਤਰ੍ਹਾਂ ਦੋਸਤੋ ਸਾਡੇ ਅੰਦਰ ਹੀ ਸਾਡੀ ਖੁਸ਼ੀ ਲੁਕੀ ਹੋਈ ਆ, ਜਿਹੜੀ ਅਸੀਂ ਬਾਹਰ ਕੱਢਣੀ ਹੁੰਦੀ ਆ। ਬਾਹਰ ਅਸੀਂ ਕੱਢ ਨਹੀਂ ਸਕਦੇ ਕਿਉਂਕਿ ਮਨ ਦੇ ਅੰਡਰ ਅਸੀਂ ਰਹਿ ਰਹੇ ਹਾਂ। ਮਨ ਸਾਡੇ ਕਾਬੂ ਨਹੀਂ, ਅਸੀਂ ਮਨ ਦੇ ਕਾਬੂ ਦੇ ਵਿੱਚ ਹਾਂ। ਮਨ ਖੁਆਇਸ਼ਾਂ ਬਹੁਤ ਮੰਗਦਾ, ਮਨ ਪੁੱਠੇ ਕੰਮ ਬਹੁਤ ਕਰਵਾਉਣਾ ਚਾਹੁੰਦਾ ਸਾਡੇ ਕੋਲੋਂ। ਜੇ ਨਾ ਕਰਵਾਉਣਾ ਚਾਹੁੰਦਾ ਹੁੰਦਾ ਤਾਂ ਗੁਰਬਾਣੀ ਦੇ ਵਿੱਚ ਇਹ ਲਿਖਣਾ ਨਹੀਂ ਪੈਣਾ ਸੀ ਕਿ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਇਹ ਮਨ ਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਹੀਲਾ ਵਸੀਲਾ ਤਾਂ ਕਰਨਾ ਪੈਣਾ ਆ। ਕਿਸੇ ਨੇ ਬਹੁਤ ਸੋਹਣਾ ਸਮਝਾਇਆ ਸੀ, ਉਹ ਕਹਿੰਦੇ ਮਨ ਇੱਕ ਬਾਂਦਰ ਦੀ ਤਰ੍ਹਾਂ ਆ,
ਇਹ ਹਮੇਸ਼ਾ ਹੀ ਟਪੂਸੀ ਮਾਰਦਾ। ਨਿਆਣਾ ਤਾਂ ਮਾਰਦਾ ਹੀ ਹੁੰਦਾ ਬਾਂਦਰ, ਤੇ ਬਾਂਦਰ ਜਦੋਂ ਸਿਆਣਾ ਹੋ ਜਾਂਦਾ, ਉਮਰ ਦਾ ਹੋ ਜਾਂਦਾ, ਉਹ ਫੇਰ ਵੀ ਮਾਰਦਾ। ਉਹਨਾਂ ਨੇ ਕਿਹਾ ਕਿ ਜੇ ਬਾਂਦਰ ਦੇ ਗਲ ਦੇ ਵਿੱਚ ਆਪਾਂ ਰੱਸਾ ਪਾ ਦਈਏ ਨਾ, ਉਹ ਰੱਸਾ ਮੀਟਰ ਦਾ ਹੋਵੇ, 2 ਮੀਟਰ ਦਾ ਹੋਵੇ, 5 ਮੀਟਰ ਦਾ ਹੋਵੇ, ਜਿੰਨੇ ਵੀ ਮਰਜ਼ੀ ਉਹਦਾ ਸਾਈਜ਼ ਹੋਵੇ ਉਸ ਰੱਸੇ ਦਾ, ਉਹ ਰੱਸੇ ਦੇ ਸਾਈਜ਼ ਦੇ ਅਕੋਰਡਿੰਗ ਹੀ ਉਹਨੇ ਜੰਪ ਕਰਨਾ ਸਾਰੇ ਪਾਸੇ, ਉੱਪਰ ਨੂੰ ਵੀ, ਸਾਈਡਾਂ ਨੂੰ ਵੀ, ਥੱਲੇ ਨੂੰ ਵੀ, ਆਲੇ ਦੁਆਲੇ ਸਾਰੇ ਪਾਸੇ। ਜੇ 1 ਮੀਟਰ ਦਾ ਰੱਸਾ ਤਾਂ ਉਹਨੇ 1 ਮੀਟਰ ਹੀ ਜੰਪ ਉੱਪਰ ਨੂੰ ਕਰ ਸਕਦਾ, 1 ਮੀਟਰ ਇੱਧਰ ਨੂੰ ਜਾ ਸਕਦਾ। ਜੇ 10 ਮੀਟਰ ਦਾ ਹੈ ਜਾਂ 5 ਮੀਟਰ ਦਾ, 5 ਮੀਟਰ ਜਾਂ 10 ਮੀਟਰ ਉੱਪਰ ਨੂੰ ਜਾ ਸਕਦਾ, ਤਾਂ ਉਨੇ ਮੀਟਰ ਇੱਧਰ ਨੂੰ ਜਾ ਸਕਦਾ, ਵਾਧੂ ਨਹੀਂ ਜਾ ਸਕਦਾ। ਪਰ ਉਹ ਟਪੂਸੀ ਜ਼ਰੂਰ ਮਾਰੂਗਾ। ਇਸ ਤਰ੍ਹਾਂ ਹੀ ਮੰਨਿਆ। ਕਹਿੰਦੇ ਮਨ ਜੀਤੇ ਜਗ ਜੀਤ। ਜਗ ਨੂੰ ਜਿੱਤਣ ਦੇ ਲਈ ਪਹਿਲਾਂ ਮਨ ਨੂੰ ਜਿੱਤਣਾ ਪੈਣਾ। ਜਦੋਂ ਆਪਾਂ ਜਹਾਜ਼ ਦੇ ਵਿੱਚ ਟਰੈਵਲ ਕਰਦੇ ਹਾਂ, ਸਾਨੂੰ ਇਹ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਉਸ ਕੈਬਿਨ ਕ੍ਰੂਜ਼ ਦੇ ਵੱਲੋਂ ਕਿ ਅਗਰ ਜਿਹੜੇ ਆਕਸੀਜਨ ਮਾਸਕ ਥੱਲੇ ਆ ਜਾਣ ਐਮਰਜੈਂਸੀ, ਤੇ ਪਹਿਲਾਂ ਤੁਸੀਂ ਪਾਉਣਾ। ਪਹਿਲਾਂ ਤੁਸੀਂ ਆਪਣਾ ਬਚਾਅ ਕਰਨਾ, ਫਿਰ ਆਪਣਾ ਬਚਾਅ ਕਰੋਗੇ ਤਾਂ ਤੁਸੀਂ ਦੂਸਰੇ ਦਾ ਕਰ ਸਕਦੇ ਹੋ ਕਿ ਨਹੀਂ। ਇਸੇ ਕਰਕੇ ਦੋਸਤੋ, ਖੁਸ਼ੀ ਸਾਡੇ ਅੰਦਰ ਹੀ ਆ, ਖੁਸ਼ੀ ਸਾਡੇ ਵਿੱਚ ਹੀ ਆ, ਜਿਹੜੀ ਅਸੀਂ ਬਸ ਬਾਹਰ ਕੱਢਣੀ ਆ, ਬਾਹਰ ਕੱਢਣੀ ਆ। ਉਹ ਕਿਸ ਤਰ੍ਹਾਂ ਨਿਕਲ ਸਕਦੀ ਆ? ਆਪਣੀਆਂ ਖੁਆਇਸ਼ਾਂ ਨੂੰ ਘਟਾਓ, ਤਮੰਨਾਵਾਂ ਨੂੰ ਘਟਾਓ। ਜੇ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਆਰਾਮ ਨਾਲ ਹੋ ਰਹੀਆਂ ਆ, ਤੇ ਆਰਾਮ ਨਾਲ ਹੋਣ ਦਿਓ। ਜੇ ਅਲਮਾਰੀ ਦੇ ਵਿੱਚ ਲੋੜ ਤੋਂ ਵੱਧ ਕੱਪੜੇ ਹੈਗੇ ਆ, ਤੇ ਸਾਡੀ ਜ਼ਰੂਰਤ ਦੇ ਨਾਲੋਂ ਜ਼ਿਆਦਾ ਰੱਬ ਨੇ ਸਾਨੂੰ ਦਿੱਤਾ ਆ, ਤੇ ਕੋਸ਼ਿਸ਼ ਕਰੀਏ ਵੀ ਆਪਾਂ ਨਾ ਅੱਡੀਆਂ ਚੱਕ ਕੇ ਫਾਹਾ ਲਈਏ। ਜੇ ਗੱਡੀ ਲਈ ਆ, ਉਹਦੀ ਕੋਈ ਕਿਸ਼ਤ ਨਹੀਂ ਹੈਗੀ, ਕੋਈ ਉਹਦਾ ਬਾਹਲਾ ਮੇਨਟੇਨ ਨਹੀਂ ਹੈਗੀ, ਉਹ ਸਾਨੂੰ ਤੰਗ ਨਹੀਂ ਕਰ ਰਹੀ, ਕੋਈ ਉਹਦੇ ਪਾਰਟ ਜਿਹੜੇ ਆ ਉਹ ਮਹਿੰਗੇ ਨਹੀਂ, ਜਾਂ ਉਹ ਖਰਾਬ ਨਹੀਂ ਹੋ ਰਹੇ, ਫਿਰ ਲੌਜਿਕ ਤਾਂ ਇਹੀ ਆ ਵੀ ਆਪਾਂ ਇਹਨੂੰ ਹੀ ਰੱਖੀਏ, ਬਜਾਏ ਆਪਾਂ ਫਾਈਨੈਂਸ 'ਤੇ ਗੱਡੀ ਲੈਣ ਦੇ। ਜੇ ਮਤਲਬ ਆਪਾਂ ਕੋਸ਼ਿਸ਼ ਕਰੀਏ, ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ। ਲੋਕੀ ਕਈ ਕਹਿੰਦੇ ਆ ਨਾ ਕਿ ਲਾਈਫ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਆ, ਟਾਈਮ ਹੀ ਨਹੀਂ ਮਿਲਦਾ, ਲਾਈਫ ਬੜੀ ਫਾਸਟ ਹੋ ਗਈ ਆ, ਇੱਦਾਂ ਸੁਣਦੇ ਆ ਆਪਾਂ। ਲਾਈਫ ਫਾਸਟ ਨਹੀਂ ਹੋਈ, ਸਾਡੀਆਂ ਖੁਆਇਸ਼ਾਂ ਬਹੁਤ ਜ਼ਿਆਦਾ ਨੇ। ਉਹਨਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਜਦੋਜਹਿਦ ਕਰ ਰਹੇ ਹਾਂ ਦਿਨ ਰਾਤ। ਨੱਠ ਭੱਜ ਸਾਡੀ ਵੱਧ ਗਈ ਆ, ਖਰਚੇ ਵਧਾ ਲਏ ਆ, ਤੇ ਉਹਨਾਂ ਜਿਹੜੇ ਖਰਚੇ ਆ ਉਹਨਾਂ ਵਧਾਏ ਆ, ਤੇ ਉਹਨਾਂ ਨੂੰ ਪੂਰੇ ਕਰਨ ਦੇ ਲਈ, ਜਾਂ ਉਹਨਾਂ ਦੀਆਂ ਕੈਸ਼ਾਂ ਦੇਣ ਦੇ ਲਈ, ਲੋਨ ਦੇਣ ਦੇ ਲਈ, ਜਾਂ ਕੋਈ ਵੀ ਉਹਨਾਂ ਦੀਆਂ ਸਟੇਟਮੈਂਟ ਆਉਂਦੀਆਂ ਆ ਮੰਥਲੀ, ਉਹਨਾਂ ਨੂੰ ਦੇਣ ਦੇ ਲਈ ਸਾਨੂੰ ਮਿਹਨਤ ਤਾਂ ਕਰਨੀ ਪੈਣੀ ਆ। ਫਿਰ ਤੇ ਸਾਨੂੰ ਲੱਗਦਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਬਸ ਬਿਜ਼ੀ ਥੱਕੇ ਆ ਰਹੇ ਆਉਂਦੇ ਹਾਂ। ਜੇ ਕੋਈ ਪੀਣ ਵਾਲਾ 2-4 ਗਲਾਸੀਆਂ ਲਾਉਂਦਾ, ਕਿ ਉਹ ਗਲਾਸੀ ਲਾ ਕੇ ਰੋਟੀ ਪਾਣੀ ਖਾ ਕੇ ਸੌਂ ਜਾਂਦਾ, ਫਿਰ ਸਵੇਰ ਝੱਟ ਤਾਂ ਰਾਤ ਲੰਘ ਜਾਂਦੀ ਆ, ਸਵੇਰ ਆਉਂਦਾ ਫਿਰ ਕੰਮ 'ਤੇ ਚੱਲ ਜਾਂਦਾ। ਉਹਦੇ ਲਈ ਤਾਂ ਬੜੀ ਫਾਸਟ ਲਾਈਫ ਹੋ ਗਈ ਆ। ਜਿਨ੍ਹਾਂ ਨੇ ਜ਼ਰੂਰਤਾਂ ਦੇ ਮੁਤਾਬਕ ਜੀਣਾ ਆ, ਆਪਣੀ ਲੋੜ ਦੇ ਮੁਤਾਬਕ ਜੀਣਾ ਆ, ਇੰਜੋਏ ਕਰਨੀ ਪੂਰੀ ਲਾਈਫ ਨੂੰ, ਅਤੇ ਉਹਨਾਂ ਦੇ ਲਈ ਦਿਨ ਤਾਂ ਬਹੁਤ ਬੜਾ ਆ, ਉਹਨਾਂ ਦੇ ਲਈ ਦਿਨ ਤਾਂ ਮੁੱਕਦਾ ਹੀ ਨਹੀਂ। ਉਹਨਾਂ ਦੇ ਲਈ ਜੇ ਸੋਚੀਏ, ਅੱਜ ਤੋਂ 50 ਸਾਲ ਪਹਿਲਾਂ ਵੀ 1 ਮਿੰਟ ਵਿੱਚ 60 ਸਕਿੰਟ ਸੀਗੇ, 1 ਘੰਟੇ ਦੇ ਵਿੱਚ 60 ਮਿੰਟ ਸੀ, 24 ਘੰਟੇ ਸੀਗੇ, ਸਮਝ ਕਿ ਨਹੀਂ। ਅਤੇ ਅੱਜ ਵੀ ਉਹਨਾਂ ਦੇ ਲਈ ਉਹੀ ਆ। ਅਤੇ ਜਿਹੜੇ ਲਾਈਫ ਫਾਸਟ ਕਹਿੰਦੇ ਆ, ਘੰਟੇ ਤਾਂ ਉਹੀ ਆ, 1 ਮਿੰਟ ਦੇ ਵਿੱਚ 60 ਸਕਿੰਟ ਆ, 1 ਘੰਟੇ ਦੇ ਵਿੱਚ 60 ਮਿੰਟ ਆ, ਠੀਕ ਨਹੀਂ। ਅਤੇ ਉਨੇ ਆਪਾਂ ਘੰਟੇ ਕੰਮ ਕਰਦੇ ਹਾਂ, ਅਤੇ ਕੋਈ ਕਲੱਕ ਫਾਸਟ ਨਹੀਂ ਜਾ ਰਿਹਾ, ਕੋਈ ਟਾਈਮ ਪੀਸ ਜਿਹੜਾ ਲਾਇਆ ਹੁੰਦਾ ਕੰਧ 'ਤੇ ਉਹ ਤੇਜ਼ ਨਹੀਂ ਨੱਠ ਰਿਹਾ, ਉਹ ਆਰਾਮ ਨਾਲ ਅੱਜ ਤੋਂ 50-100 ਸਾਲ ਪਹਿਲਾਂ ਜਦੋਂ ਦਾ ਇਹ ਬਣਿਆ ਉੱਦਾਂ ਹੀ ਚੱਲ ਰਿਹਾ। ਇਹ ਸਿਰਫ ਸਾਡੀਆਂ ਖੁਆਇਸ਼ਾਂ ਵੱਧ ਗਈਆਂ, ਖੁਆਇਸ਼ਾਂ ਵੱਧ ਗਈਆਂ। ਖੁਆਇਸ਼ਾਂ ਨੂੰ ਕੰਟਰੋਲ ਕਰ ਲਓ, ਇਹ ਖੁਸ਼ੀ ਜਿਹੜੀ ਬਾਹਰ ਆ ਜਾਣੀ ਤੁਹਾਡੀ।
ਇਹ 6 ਪੈਕ ਬਾਹਰ ਆ ਜਾਣੇ ਤੁਹਾਡੇ ਜਦੋਂ ਆਪਾਂ ਡਾਈਟ ਨੂੰ ਕੰਟਰੋਲ ਕਰਦੇ ਹਾਂ। ਜਦੋਂ ਮੂਰਤੀ ਤੋਂ ਵਾਧੂ ਪੱਥਰ ਝਾੜ ਦਿੱਤਾ ਜਾਂਦਾ ਹੈ, ਬੜੀ ਸੋਹਣੀ ਮੂਰਤੀ ਬਾਹਰ ਨਿਕਲ ਆਉਂਦੀ ਆ। ਉਹ ਮੂਰਤੀ ਕਈ ਦਫਾ ਪੂਜਣ ਯੋਗ ਵੀ ਹੋ ਜਾਂਦੀ ਆ। ਉਹੀ ਮੂਰਤੀ ਮੰਦਰਾਂ ਦੇ ਵਿੱਚ ਜਾਂ ਕਿਤੇ ਹੋਰ ਧਰਮ ਸਥਾਨਾਂ ਦੇ ਵਿੱਚ ਵੀ ਰੱਖੀ ਜਾਂਦੀ ਆ। ਸੌਰੀ, ਮੈਂ ਗੁਰਦੁਆਰੇ ਕਹਿਣ ਲੱਗਾ ਸੀ, ਮੈਨੂੰ ਮਾਫ ਕਰਿਓ। ਕਹਿਣ ਦਾ ਭਾਵ ਦੋਸਤੋ ਇਹ ਆ, ਆਪਣੀ ਖੁਸ਼ੀ ਨੂੰ ਬਾਹਰ ਕੱਢਣ ਦੇ ਲਈ ਆਪਣੀਆਂ ਖੁਆਇਸ਼ਾਂ ਮਾਰੋ। ਖੁਆਇਸ਼ਾਂ ਨੂੰ ਪੂਰਾ ਕਰਨਾ ਗੁਨਾਹ ਨਹੀਂ ਹੈ, ਪਰ ਖੁਆਇਸ਼ਾਂ ਨੂੰ ਪੂਰਾ ਕਰਦੇ ਕਰਦੇ ਆਪਣੇ ਪਰਿਵਾਰ ਨਾਲੋਂ ਵਿਛੜ ਜਾਣਾ, ਆਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਚਲੇ ਜਾਣਾ। ਤੁਸੀਂ ਅਗਰ ਬਾਬਾ ਫਰੀਦ ਜੀ ਦੀ ਜੀਵਨ ਗਾਥਾ ਜਾਂ ਜੀਵਨ ਕਥਾ ਜਾਂ ਉਹਨਾਂ ਦੀ ਜੀਵਨੀ ਨਹੀਂ ਪੜ੍ਹੀ, ਉਹਨਾਂ ਦੀ ਲਾਈਫ ਸਟੋਰੀ ਨਹੀਂ ਪੜ੍ਹੀ, ਤਾਂ ਮੇਰੀ ਇੱਕ ਬੇਨਤੀ ਆ ਵੀ ਜ਼ਰੂਰ ਪੜ੍ਹ ਕੇ ਦੇਖਿਓ। ਪਤਾ ਲੱਗਦਾ ਵੀ ਲਾਈਫ ਹੈ ਕੀ। ਉਹਨਾਂ ਨੇ ਕਾਠ ਦੀ ਰੋਟੀ, ਲੱਕੜ ਦੀ ਰੋਟੀ ਗਲ ਵਿੱਚ ਪਾਈ ਸੀ। ਉਹਨਾਂ ਦੀ ਤਕਰੀਬਨ 30 ਸਾਲ ਦੀ ਤਪੱਸਿਆ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਮੁਰਸ਼ਿਦ ਮਿਲਿਆ ਸੀ। ਸ਼ਾਇਦ ਉਹਨਾਂ ਦਾ ਨਾਮ ਸੀ ਬਾਬਾ ਬਖਤਿਆਰੀ। ਸੋ ਕਹਿਣ ਦਾ ਮਤਲਬ ਦੋਸਤੋ, ਜ਼ਿੰਦਗੀ ਬੜੀ ਪਿਆਰੀ ਆ, ਇਹਨੂੰ ਜੀਣਾ ਕਿੱਦਾਂ ਆ ਉਹ ਸਾਡੇ ਹੱਥ ਵੱਸ ਵਿੱਚ ਹੀ ਆ। ਬਸ ਜਿੰਨਾ ਵੀ ਆਪਾਂ ਇਹਨੂੰ ਸਮੇਟ ਲਾਂਗੇ ਉਨਾ ਵਧੀਆ ਆ। ਜਿਨ੍ਹਾਂ ਨੂੰ ਬਖੇਰ ਦਾਂਗੇ ਫਿਰ ਸਮੇਟਣੀ ਔਖੀ ਹੋ ਜਾਣੀ ਆ। ਆਓ ਸਾਰਿਆਂ ਦੇ ਲਈ ਆਪਾਂ ਅਰਦਾਸ ਕਰੀਏ ਕਿ ਮਾਲਕ ਮੇਰਾ ਕਿਰਪਾ ਕਰੇ, ਸਾਰਿਆਂ ਦੇ ਦੁੱਖ ਦਲਿੱਦਰ ਦੂਰ ਹੋਣ। ਆਉਣ ਵਾਲਾ ਸਮਾਂ ਸਾਰਿਆਂ ਦੇ ਲਈ, ਨਵਾਂ ਸਾਲ ਚੜ੍ਹਨਾ ਆ, ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ, ਪਿਆਰ ਵਾਲਾ ਹੋਵੇ, ਮੁਹੱਬਤ ਵਾਲਾ ਹੋਵੇ, ਆਨੰਦ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ। ਖੂਬ ਰੱਬ ਮਾਲਕ ਸਾਨੂੰ ਇਹ ਦਾਤਾਂ ਦੇ ਨਾਲ ਭਰਪੂਰ ਕਰੇ। ਅਸੀਂ ਹਰ ਲਾਈਫ ਦੇ ਵਿੱਚ ਜੋ ਵੀ ਖੁਸ਼ੀ ਆ ਉਹਨੂੰ ਪਾ ਸਕੀਏ, ਹਾਸਲ ਕਰ ਸਕੀਏ, ਇੰਜੋਏ ਕਰ ਸਕੀਏ। ਆਪਣੇ ਪਰਿਵਾਰ ਦੇ ਵਿੱਚ ਰਹੋ, ਪਰਿਵਾਰ ਤੋਂ ਵੱਖਰੇ ਨਾ ਹੋਵੋ। ਮਤਲਬ ਕਹਿਣ ਦਾ ਵੀ ਜ਼ਿੰਮੇਵਾਰੀਆਂ ਤੋਂ ਨਾ ਨੱਠੋ। ਜੇ ਕੋਈ ਮਤਲਬ ਤੁਹਾਡੀ ਖੁਆਇਸ਼ ਹੈਗੀ ਆ ਅਤੇ ਉਹਨੂੰ ਪੂਰਾ ਕਰਨਾ ਚੰਗੀ ਗੱਲ ਆ, ਪਰ ਉਹਨੂੰ ਉਹਦੀ ਹੱਦ ਤੱਕ ਪੂਰਾ ਕਰਨਾ ਚੰਗੀ ਗੱਲ ਆ। ਹੱਦ ਤੋਂ ਟੱਪ ਜਾਵਾਂਗੇ ਅਤੇ ਕਈ ਦਫਾ ਸਾਡੇ ਪਰਿਵਾਰ ਵੀ ਸਾਡੇ ਨਾਲੋਂ ਵਿਛੜ ਜਾਂਦੇ ਨੇ। ਤਾਂ ਆਓ, ਵੱਧ ਘੱਟ ਕੋਈ ਗੱਲ ਕਹਿ ਗਿਆ ਹਾਂ ਅਤੇ ਆਪ ਜੀ ਦਾ ਬੱਚਾ ਹਾਂ, ਦੋਸਤ ਹਾਂ, ਭਰਾ ਹਾਂ। ਮਾਫ ਕਰਨਾ ਅਤੇ ਅੱਗੇ ਤੋਂ ਸਮਤ ਬਖਸ਼ਣਾ। ਸੋਹਣੀ ਬਾਣੀ ਬੋਲ ਸਕਾਂ, ਬਾਣੀ ਬੋਲਣ ਤੱਕ ਸੀਮਤ ਨਾ ਰਹੇ, ਇਹਨੂੰ ਮੈਂ ਸਮਝ ਵੀ ਸਕਾਂ, ਅਮਲ ਵੀ ਕਰ ਸਕਾਂ, ਅਤੇ ਅਮਲ ਕਰਾਂਗਾ ਤਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਾਂਗਾ। ਇਹੀ ਮੇਰੀ ਬੇਨਤੀ ਹੈ, ਇਹ ਮੇਰੀ ਅਰਦਾਸ ਜੋਦਰੀ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਆਸ਼ੀਰਵਾਦ ਦਿਓ। ਮੈਂ ਇਹ ਬਲੀਵ ਕਰਦਾ ਕਿ ਇਨਸਾਨ ਨੂੰ ਮੱਥਾ ਟੇਕਣਾ, ਜਿਹੜੀ ਰੱਬ ਦੀ ਚੀਜ਼ ਬਣਾਈ ਹੈ, ਦੇਖੋ ਜਾਂਦੇ ਜਾਂਦੇ ਮੈਂ ਵੀ ਨਾਲ ਤੁਹਾਨੂੰ ਦੱਸ ਦਿਆਂ, ਜਿਹੜੀ ਰੱਬ ਦੀ ਚੀਜ਼ ਬਣਾਈ ਹੈ, ਬੰਦੇ ਦੀ ਨਹੀਂ, ਰੱਬ ਦੀ। ਔਰ ਮੇਰੇ ਮੂਹਰੇ ਡਾਈਨਿੰਗ ਟੇਬਲ ਪਿਆ, ਠੀਕ ਹੈ ਕਿ ਨਹੀਂ, ਜਾਂ ਆਹ ਥੈਲੀ ਜੀ ਰੱਖ ਲਓ, ਇਹ ਪਈ ਆ, ਜਾਂ ਰਿਮੋਟ ਕੰਟਰੋਲ ਪਿਆ ਮੇਰੇ ਮੂਹਰੇ, ਇਹ ਰੱਖ ਲਓ, ਜਾਂ ਕੋਈ ਵੀ ਰੱਖ ਲਓ, ਕੋਈ ਚੀਜ਼ ਜਿਹੜੀ ਬੰਦੇ ਨੇ ਬਣਾਈ ਆ, ਉਹਨੂੰ ਮੱਥਾ ਟੇਕਣਾ ਮੇਰੇ ਹਿਸਾਬ ਦੇ ਨਾਲ ਬੇਅਦਬੀ ਹੈ ਰੱਬ ਦੀ। ਜਿਹੜੀ ਰੱਬ ਨੇ ਚੀਜ਼ ਬਣਾਈ ਹੈ, ਦੇਖੋ ਰੱਬ ਨੇ ਘਾਹ ਬਣਾਇਆ, ਰੱਬ ਨੇ ਪਾਣੀ ਬਣਾਇਆ, ਰੱਬ ਨੇ ਦਰਖਤ ਬਣਾਏ, ਰੱਬ ਨੇ ਜੀਵ ਜੰਤੂ ਬਣਾਏ, ਰੱਬ ਨੇ ਇਨਸਾਨ ਪੈਦਾ ਕੀਤਾ। ਜੋ ਰੱਬ ਨੇ ਬਣਾਇਆ, ਬੰਦੇ ਨੇ ਨਹੀਂ, ਰੱਬ ਨੇ ਬਣਾਇਆ, ਉਹਨੂੰ ਮੱਥਾ ਟੇਕਣਾ ਸਭ ਤੋਂ ਵਧੀਆ। ਮੈਂ ਇਹ ਨਹੀਂ ਕਹਿੰਦਾ ਇਹਨਾਂ ਚੀਜ਼ਾਂ ਨਾਲ ਜੋੜਨਾ, ਮੂਰਤੀ ਨਾਲ ਵੀ ਮੈਂ ਨਹੀਂ ਜੋੜਦਾ। ਮੂਰਤੀ ਵੀ ਬੰਦੇ ਨੇ ਬਣਾਈ ਆ, ਮੂਰਤੀ ਵੀ ਬੰਦੇ ਬਣਾਈ ਆ। ਭਗਤ ਕਬੀਰ ਜੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਜੇ ਪੱਥਰ ਪੂਜੇ ਹਰ ਮਿਲੇ ਤਾਂ ਮੈਂ ਪੂਜੂ ਪਹਾੜ, ਕਹਿੰਦੇ ਇਸੇ ਤੋਂ ਚੱਕੀ ਬਲੀ ਜੋ ਪੀ ਸਿਖਾਏ ਸਨ। ਇਹ ਬਹੁਤ ਸੋਹਣਾ ਲਿਖਿਆ ਮਹਾਰਾਜ ਨੇ, ਬਹੁਤ ਸੋਹਣਾ ਲਿਖਿਆ। ਸਾਨੂੰ ਕਹਾਵਤਾਂ ਦੇ ਕੇ ਦੱਸਿਆ ਗਿਆ। ਸੱਪ ਦੀ ਪੂਜਾ ਲੋਕੀ ਅੱਜ ਕੱਲ੍ਹ ਇੰਡੀਆ ਵਿੱਚ ਬਹੁਤ ਲੋਕ ਕਰਦੇ ਨੇ। ਇਹਦਾ ਕਾਰਨ ਕੀ ਸੀ? ਕਿਉਂਕਿ ਸੱਪ ਇੱਦਾਂ ਦਾ ਇੱਕ ਜਾਨਵਰ ਆ, ਉਹ ਜਿੰਨਾ ਮਰਜ਼ੀ ਗੰਦ ਦੇ ਵਿੱਚ ਰਵੇ, ਜਿੰਨਾ ਮਰਜ਼ੀ ਮਿੱਟੀ ਦੇ ਵਿੱਚ ਰਵੇ, ਆਪਣੇ ਸਰੀਰ ਨੂੰ ਮਿੱਟੀ ਨਹੀਂ ਲੱਗਣ ਦਿੰਦਾ। ਉਸ ਕਰਕੇ ਕਿਸੇ ਨੇ ਸਾਨੂੰ ਇਹ ਸਮਝਾਇਆ ਸੀ ਕਿ ਜੇ ਜੀਣਾ ਸੱਪ ਵਾਂਗੂ ਜੀ, ਗੰਦ ਵਿੱਚ ਰਹਿ ਕੇ ਗੰਦ ਲੱਗਣ ਨਹੀਂ ਦੇਣਾ ਸਰੀਰ ਨੂੰ, ਮਿੱਟੀ ਵਿੱਚ ਰਹਿ ਕੇ ਮਿੱਟੀ ਲੱਗਣ ਨਹੀਂ ਦੇਣੀ ਸਰੀਰ ਨੂੰ, ਸਾਫ਼ ਸੁਥਰਾ ਰਹਿਣਾ। ਸੋ ਇਸ ਕਰਕੇ ਅਸੀਂ ਇਸ ਮਟੀਰੀਅਲਿਸਟ ਵਰਲਡ ਦੇ ਵਿੱਚ ਰਹਿੰਦੇ ਹਾਂ,
ਕਿਸੇ ਸੱਜਣ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਜਦੋਂ ਪਾਣੀ ਦੇ ਵਿੱਚ ਬੋਟ ਚੱਲਦੀ ਨਾ, ਕਿਸ਼ਤੀ ਚੱਲਦੀ ਆ, ਉਹਨੂੰ ਪਾਣੀ ਦੇ ਵਿੱਚ ਹੀ ਚੱਲਣਾ ਚਾਹੀਦਾ। ਜੇ ਪਾਣੀ ਬੋਟ ਦੇ ਅੰਦਰ ਆਉਣਾ ਸ਼ੁਰੂ ਹੋ ਜਾਏ ਤਾਂ ਸਮਝ ਲਓ ਕੰਮ ਖਤਰੇ ਵਾਲਾ ਹੈ। ਤਾਂ ਦੋਸਤੋ, ਜੀਂਦੇ ਰਹੋ, ਵਸਦੇ ਰਹੋ, ਖੁਸ਼ੀਆਂ ਮਾਣੋ, ਰੱਜ ਰੱਜ ਜੀਓ, ਰੱਜ ਰੱਜ ਜੀਓ, ਰੱਜ ਰੱਜ ਜੀਓ।